ਗੁਰੂ ਰਹਿਮਤ ਦੇ ਪਾਤਰ ਸਤਿਕਾਰਯੋਗ ਖਾਲਸਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਅੰਕਿਤ ਹਨ। ਕੁਝ ਵਾਰਾਂ ਬਾਰੇ ਵਿਸ਼ੇਸ਼ ਹਦਾਇਤ ਹੈ ਕਿ ਕਿਸ ਧੁਨੀ ਵਿੱਚ ਗਾਉਣਾ ਹੈ। ਸ਼ਬਦ ਵਰਤਾਰਾ ਇੰਟਰਨੈਸ਼ਨਲ ਸੰਸਥਾ ਵੱਲੋਂ ਪਹਿਲੀ ਵੇਰ ਯਤਨ ਕਰਕੇ ਬਸੰਤ ਕੀ ਵਾਰ ਢਾਡੀ ਰੰਗ ਵਿੱਚ ਇਉਂ ਪੇਸ਼ ਕੀਤੀ ਜਾਂਦੀ ਹੈ। ਅਸੀਂ ਬਸੰਤ ਕੀ ਵਾਰ ਮਹਿਲ ਪੰਜਵਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1193 1193 ਦੇ ਉੱਤੇ ਇਹ ਵਾਰ ਮਹੱਲੇ ਪੰਜਵੇਂ ਦੀ ਹੈ, ਜਿਹਦੀਆਂ ਸਿਰਫ 3 ਪੌੜੀਆਂ ਹਨ, ਸ਼ਲੋਕ ਨਹੀਂ ਹੈ ਇਹਨਾਂ ਦੇ ਨਾਲ। ਔਰ ਇਹ ਉਹ ਵਾਰ ਹੈ ਜੋ 22 ਵਾਰਾਂ ਤੋਂ ਸਭ ਤੋਂ ਛੋਟੀ ਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਔਰ ਇਹਦੀਆਂ 3 ਪੌੜੀਆਂ ਹਨ, ਲੇਕਿਨ ਇਹਦਾ ਗਿਆਨ ਇੰਨਾ ਡੂੰਘਾ ਹੈ, ਜਿੰਨਾ ਸਿੱਧਾ ਜਿਹਾ ਦਿਸਦਾ ਹੈ ਉਹ ਅਸੀਂ ਸ਼ਬਦਾਂ ਨਾਲ ਖੋਲ੍ਹ ਕੇ ਸਾਰਾ ਗਿਆਨ ਪਹੁੰਚਾਵਾਂਗੇ। ਵੀ ਐਡੀ ਵਾਰ ਔਰ ਇਹ ਪਹਿਲਾ ਵਾਕਿਆ ਹੀ ਯਤਨ ਹੈ ਵੀ ਗੁਰਬਾਣੀ ਢਾਡੀਆਂ ਦੇ ਜਥੇ ਗਾਇਆ ਕਰਨਗੇ, ਕਿਉਂਕਿ ਵਾਰਾਂ ਦਾ ਲਫ਼ਜ਼ ਆ ਉੱਤੇ, ਰਾਗ ਨਹੀਂ ਹੈ ਇਹਦੇ 'ਤੇ। ਬਸੰਤ ਕੀ ਵਾਰ ਤਾਂ ਇਹਨੂੰ ਕਿਹਾ ਹੈ, ਸਦਾ ਲਈ ਯਾਦ ਰੱਖੋ, ਇਹ ਬਸੰਤ ਰਾਗ ਦੀ ਪੋਥੀ ਵਿੱਚ ਪਾ ਦਿੱਤੀ ਗਈ ਹੈ। ਪੋਥੀਆਂ ਹੁੰਦੀਆਂ ਸੀ ਔਰ ਸੈਂਚੀਆਂ ਸੀ, ਅਲੱਗ ਉਹਨਾਂ ਦਾ ਵਾਲੀਅਮ ਐਡਾ ਪੋਰਟੇਬਲ ਹੁੰਦਾ ਸੀ। ਜਿੰਨੇ ਵੀ ਰਾਗ ਸੀ ਉਹਨਾਂ ਦੇ ਵਿੱਚ ਫਿਰ ਛੰਦ, ਵਾਰਾਂ, ਅਲਾਣੀਆਂ ਕਈ ਹੋਰ ਪਾ ਕੇ ਪੋਥੀ ਦਾ ਇੱਕ ਸਾਈਜ਼ ਬਣਾ ਦਿੰਦੇ ਸੀ, ਤਾਂ ਕਿ ਉਹ ਤਾਂ ਬਸੰਤ ਕੀ ਵਾਰ ਦਾ ਮਤਲਬ ਬਸੰਤ ਰਾਗ 'ਚ ਵਾਰ ਨਹੀਂ ਹੈ, ਵਾਰ ਹੈ, ਪਰ ਬਸੰਤ ਰਾਗ ਦੀ ਜਿਹੜੀ ਪੋਥੀ ਆ ਉਹਦੇ ਵਿੱਚ ਐਡੀਸ਼ਨ ਕੀਤੀ ਹੈ ਵੀ ਵਾਰਾਂ ਵੀ ਰਾਗਾਂ ਦੇ ਵਿੱਚ ਹੈ, ਲੇਕਿਨ ਉਹ ਲੱਭਣ ਲਈ ਫਟ ਬਸੰਤ ਰਾਗ ਦੀ ਪੋਥੀ ਦੇਖੋ, ਉਹਦੇ ਵਿੱਚ ਉਹ ਵਾਰ ਲੱਭ ਪਏਗੀ। ਪੰਨਾ ਹੈ 1193 1193। ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਬਸੰਤ ਦੀ ਵਾਰ ਦਾ ਮਤਲਬ ਨਹੀਂ ਹੈ ਵੀ ਇਹ ਬਸੰਤ ਰਾਗ 'ਚ ਗਾਉਣਾ ਹੈ। ਵਾਰ ਦਾ ਮਤਲਬ ਆ ਉਹ ਕਿਸੇ ਰਾਗ 'ਚ ਨੂੰ ਢਾਡੀ ਗਾ ਸਕਦੇ ਆ, ਇਸ ਕਰਕੇ ਅਸੀਂ ਇਹ, ਲੇਕਿਨ ਇਹਦੇ 'ਤੇ ਬਹੁਤ ਸਾਰੀਆਂ ਵਾਰਾਂ 'ਤੇ ਧੁਨੀਆਂ ਨਹੀਂ ਲਿਖੀਆਂ, ਉਹ ਆਪ ਘਰ ਲੱਭ ਕੇ ਸਾਨੂੰ ਗਾਉਣੀਆਂ ਪੈਂਦੀਆਂ ਹਨ।
ਅਸੀਂ ਇਹਦੀ ਵੰਨਗੀ ਤਾਂ ਦਿੰਦੇ ਹਾਂ ਵੀ ਕਿ ਢਾਡੀਆਂ ਨੇ ਵਾਰਾਂ ਗਾਉਣੀਆਂ ਹੈ ਔਰ ਪਹਿਲੀ ਲਾਈਨ 'ਚ ਹੀ 2 ਹਾਹੇ ਹੈ। ਹਰ ਕਾ ਨਾਮ ਧਿਆਏ ਕਾ ਹੋ ਹਰਿਆ ਭਾਈ। ਇਹ ਢਾਡੀ ਗਾ ਸਕਦੇ ਆ, ਰਾਗ ਦੇ ਵਿੱਚ ਫਿੱਟ ਨਹੀਂ ਆਏਗਾ। ਬਸੰਤ ਦੇ ਰਾਗ 'ਚ ਜੇ ਗਾਓਗੇ ਉਹ ਇੱਕੋ ਹਾਹਾ ਬੋਲਣਗੇ। ਇੱਥੋਂ ਪ੍ਰਗਟ ਹੁੰਦਾ ਵੀ ਕਿ ਜਿਹੜਾ ਰਾਗ ਜਿਹੜੀ ਵਾਰ ਹੈ ਉਸੇ ਘਰ 'ਚ ਗਾਓ ਔਰ ਉਹ ਰਾਗ ਨਾਲ ਕੋਈ ਤਲਕ ਨਹੀਂ ਰੱਖਦੀ। ਅਸੀਂ ਪਹਿਲੀ ਲਾਈਨ ਫਿਰ ਚੱਕ ਕੇ ਇਸ ਵਾਰ ਦੀ ਥੋੜ੍ਹੀ ਜਿਹੀ ਤਮੀਜ਼ ਬੰਨ੍ਹ ਦਿੱਤੀ ਹੈ ਵੀ ਇਹ ਬਸੰਤ ਦੀ ਵਾਰ ਨਹੀਂ ਹੈ, ਬਸੰਤ ਵਾਲੀ ਪੋਥੀ 'ਚ ਪਾ ਦਿੱਤੀ ਗਈ ਹੈ ਤਾਂ ਕਿ ਉਹ ਸਾਰੀਆਂ ਪੋਥੀਆਂ ਇੱਕੋ ਜਿਹੀਆਂ ਹੋ ਜਾਣ। ਔਰ ਇੱਥੋਂ ਬਾਅਦ ਇਹ ਸਾਰੀਆਂ ਪੋਥੀਆਂ ਫਿਰ ਸਾਂਭ ਕੇ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਿਆ। ਔਰ ਉਹਦੇ ਜੇ ਲੱਭਣੀ ਹੈ ਤਾਂ ਬਸੰਤ ਦੇ ਰਾਗ 'ਚੋਂ ਲੱਭੇਗੀ ਇਹ ਵਾਰ। ਪੰਨਾ ਦੱਸਦਾ ਹੈ ਇੱਕ ਵਾਰੀ ਪਹਿਲੀ ਇਹ ਐਡੀ ਉੱਚੀ ਵਾਰ ਹੈ, ਇਹਦੀਆਂ 3 ਪੌੜੀਆਂ ਹੈ ਔਰ ਪੌੜੀਆਂ ਹਮੇਸ਼ਾ ਹੀ ਇੱਕ ਚੜ੍ਹਨ ਵਾਲੀ ਪੌੜੀ ਹੁੰਦੀ ਕੋਠੇ 'ਤੇ। ਇਹ 3 ਡੰਡੇ ਹੈ ਇਹਦੇ। ਪਹਿਲਾ ਡੰਡਾ ਅਗਲਾ ਵਾਰ ਦਾ ਸੈਂਟਰ ਦਾ ਦੂਸਰਾ ਡੰਡਾ ਆਏਗਾ, ਉਹ ਥੱਲੇ ਵਾਲਾ ਸਭ ਤੋਂ ਡੰਡਾ ਉਹ ਬਾਅਦ 'ਚ ਆਏਗਾ। ਇਸ ਕਰਕੇ ਪਹਿਲਾ ਡੰਡੇ ਦੀ ਅਸੀਂ ਥੋੜ੍ਹਾ ਜਿਹਾ ਬੰਨ੍ਹ ਕੇ ਇੱਕ ਵਾਰੀ ਦੁਬਾਰਾ ਫਿਰ ਅਸੀਂ ਅਗਲੇ ਡੰਡੇ 'ਤੇ ਜਾਂਦੇ ਹਾਂ। ਤੋ ਮਹਾਰਾਜ ਐਂ ਵਾਰ ਬਸੰਤ ਦੀ ਵਾਰ ਚੱਲਣੀ ਅਸੀਂ ਅਗਲੇ ਡੰਡੇ 'ਤੇ ਪੈਰ ਰੱਖਦੇ। ਅਸੀਂ ਅਗਲੇ ਡੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾ ਜਿਹੜੀ ਅਸੀਂ ਇਹਦੀ ਐਸਾ ਵਾਰਾਂ ਦਾ ਸਾਰੀ ਹਿਸਟਰੀ ਦੱਸ ਚੁੱਕੇ ਹਾਂ ਕਿ ਬਸੰਤ ਦੀ ਰਾਗ 'ਚ ਨਹੀਂ ਹੈ, ਵਾਰ ਢਾਡੀਆਂ ਲਈ ਲਿਖੀਆਂ ਗਈਆਂ ਹੈ। ਔਰ ਪਹਿਲੇ ਅਸੀਂ ਜਿਹੜੀ ਪਹਿਲੀ ਪੌੜੀ ਹੈ ਉਹ ਅਸੀਂ ਲਾਈ ਹੈ। ਇਹਦੇ 'ਚ ਸਲੋਕ ਨਹੀਂ ਹੈ, ਨਹੀਂ ਤਾਂ ਆਮ ਵਾਰਾਂ ਨਾਲ ਸਲੋਕ ਹੁੰਦੇ, ਉਹ ਢਾਡੀ ਉੱਚੀ ਸੁਰਾਂ ਨਾਲ ਚੱਕ ਸਕਦੇ ਸਭ ਕੁਝ। ਇਹ 'ਚ ਕੋਈ ਸਲੋਕ ਨਹੀਂ, ਐਸਾ ਗਿਆਨ ਹੈ। ਆਓ ਦੂਸਰੀ ਵਾਰ ਇੱਕ ਅਜੀਬ ਧੁਨੀ ਦੇ ਵਿੱਚ ਢਾਡੀ ਸਿੰਘ ਗਾਉਣਗੇ ਔਰ ਉਹ ਇੱਦਾਂ ਸ਼ੁਰੂ ਹੁੰਦੀ ਹੈ।
ਸੀ दूसरी पौड़ी। आओ तीसरी पौड़ी भी दे दर्शन भी करिए और ਅਸੀਂ ਫੇਰ ਹੋਰ ਰੰਗ 'ਚ ਚੱਕ ਰਹੇ ਹਾਂ ਇਸ ਨੂੰ। ਸੀ ਔਰ 3 ਪੌੜੀਆਂ ਹੈ। ਔਰ ਯਾਦ ਰਹੇ ਪੌੜੀ ਤੇ ਚੜ੍ਹਨ ਲਈ, ਕੋਠੇ ਤੇ ਚੜ੍ਹਨ ਲਈ ਜਦ ਪੌੜੀ ਲਾਈ ਦੀ ਹੈ ਪਹਿਲੇ ਡੰਡੇ ਤੇ ਪੈਰ ਰੱਖਦੇ ਹਾਂ, ਫਿਰ ਦੂਜੇ ਤੇ, ਫਿਰ ਅਗਲੇ ਡੰਡੇ ਤੇ ਸਿਖਰ ਦੇ ਤੇ ਚੜ੍ਹ ਜਾਂਦੇ ਹਾਂ। ਅੱਜ ਸਾਡਾ ਕਦੀ ਨਹੀਂ ਹੋਇਆ ਵੀ ਥੱਲਿਓਂ ਬੰਦਾ ਸਿੱਧਾ ਜੰਪ ਮਾਰ ਕੇ ਤੇ ਛੱਤ ਤੇ ਪਹੁੰਚ ਜਾਏ। ਆਹੋ ਇਸੇ ਤਰ੍ਹਾਂ ਵਾਰ ਦਾ ਮਹਾਤਮ ਹੈ ਵੀ ਪਹਿਲਾਂ ਅਭਿਆਸੀ ਨਾਮ ਗੁਰਸਿੱਖ ਨਾਮ ਸਭ ਤੋਂ ਜਿਹੜਾ ਲਾਸਟ ਡੰਡਾ ਉਹ ਹੀਰ 'ਤੇ ਹੈ। ਸਭ ਤੋਂ ਉੱਚੀ ਜਿਹੜਾ ਜਿੱਥੇ ਪਹੁੰਚਣਾ ਹੈ ਉਹ ਪਹਿਲੀ ਪੌੜੀ ਹੈ। ਬਿਜਗਬਲੀ ਪੌੜੀ ਹੈ, ਉਹਦਾ ਵੀ ਮਹਾਤਮ ਹੈ। ਇਸ ਕਰਕੇ ਜਿਹੜੀ ਅਖੀਰਲੀ ਪੌੜੀ ਹੈ ਉਹ ਸਭ ਦਾ ਪਹਿਲਾ ਡੰਡਾ ਹੈ। ਪਹਿਲਾਂ ਅਸੀਂ ਅਖੀਰ ਜਿਹੜੀ ਸਭ ਤੋਂ ਪਹਿਲਾ ਪੈਰ ਰੱਖਣਾ ਹੈ ਅਭਿਆਸੀ ਨਾਲ ਸਿੱਖ 'ਚ ਐਂਟਰੀ ਹੋਣ ਲਈ ਔਰ ਬੰਦੀ ਕਰਨ ਲਈ, ਉਹ ਹੈ ਵੀ ਮੇਰੇ ਅੰਦਰ ਕਿੱਦਾਂ ਉੱਗੇ ਨਾਮ। ਮਾਰੇ ਕਹਿੰਦੇ ਨਾਮ ਨੂੰ ਕਹੀ ਜਾ, ਕਿੱਥੋਂ ਉਪਜੇ ਕਹੇ ਰਹੇ, ਨਾਮ ਨੂੰ ਕਹੀ ਚੱਲ ਮੂੰਹ ਦੇ ਨਾਲ ਔਰ ਇਹਦੇ ਵਿੱਚ ਹੀ ਸਮਾ ਜਾਏਗਾ ਤੂੰ। ਰੋਜ਼ ਰਹਿ ਰਸਤੇ ਪਾਠ 'ਚ ਪੜ੍ਹਦੇ ਹੋ, ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ। ਜਪਣ ਦੇ ਰੂਪ 'ਚ ਹੀ ਅਭਿਆਸੀ ਸਮਾ ਜਾਂਦਾ ਹੈ। ਤੋ ਕਿੱਥੋਂ ਉਪਜੇ, ਕਿੱਦਾਂ ਉੱਗੇ ਮੇਰੇ ਅੰਦਰ ਵੀ, ਕਹੇ ਰਹੇ ਨਾਮ ਨੂੰ ਕਹੀ ਚੱਲ ਔਰ ਕਹੇ ਇਹਦੇ ਵਿੱਚ ਹੀ ਸਮਾ ਜਾਏਗਾ। ਪਰ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਉਹਦੀ ਕੀਮਤ ਨਹੀਂ ਕੋਈ ਪਾ ਸਕਦਾ। ਪਰ ਕੌਣ ਪਾਉਣਗੇ, ਜਿਹੜੇ ਕਹਿਣਗੇ ਔਰ ਜਿਹੜਾ ਕਹਿ ਰਿਹਾ ਹੈ ਉਹਨੂੰ ਹੀ ਸੁਣਨਗੇ ਔਰ ਧਿਆਨ 'ਚ ਚਲੇ ਜਾਣਗੇ। ਉਹ ਹੈ ਉਹਦੇ ਭਗਤ। ਕਹੇ ਨੇ ਧਿਆਏ ਨੇ ਸੁਣਨੇ ਨਿਤ
ਐਸਾ ਜਾਪ ਕਰ ਵੀ ਜਿਹੜਾ ਜਪਦਾ ਹੈ ਉਹਨੂੰ ਕੰਨਾਂ ਨਾਲ ਸੁਣ ਔਰ ਉਹਦੇ ਵਿੱਚ ਹੀ ਬਿਰਤੀ ਰੱਖ। ਕਹਿਨੇ ਧਿਆਇਨੇ ਸੁਣਨੇ ਨਿਤ ਸੇ ਭਗਤ ਸੁਹਾਵੈ। ਇਹ ਹਿੱਸਾ ਭਗਤਾਂ 'ਚ ਆਇਆ ਹੈ ਸ਼ਬਦ ਸੁਰਤ ਦੀ ਖੇਡ ਦਾ। ਤੋ ਅੱਗੇ ਕਹਿੰਦੇ ਆਗਮ ਗੋਚਰ ਸਾਹਿਬੋ ਸਵਾਏ ਇੱਕ ਅਕਾਲ ਪੁਰਖ ਨੂੰ ਲਵੇ ਨਾ ਲਾ ਕਿਸੇ ਹੋਰ ਚੀਜ਼ ਨੂੰ, ਦੂਸਰ ਲਵੇ ਨਾ ਲਾਵੇ। ਇੱਕ ਅਕਾਲ ਪੁਰਖ ਨੂੰ ਮੰਨ ਔਰ ਕਿਸੇ ਇਨਸਾਨ ਨੂੰ, ਕਿਸੇ ਦੇਵੀ ਨੂੰ, ਕਿਸੇ ਦੇਵਤੇ ਦੀ ਇੱਜ਼ਤ ਬੇਸ਼ੱਕ ਕਰ ਸਭ ਕੁਝ, ਲੇਕਿਨ ਤੂੰ ਮੰਨਣਾ ਜਿਹੜਾ ਹੈ ਉਹ ਇੱਕ ਸਾਹਿਬ ਹੀ ਹੈ ਸਾਡਾ, ਜਿਹੜਾ ਅਖੀਰ 'ਤੇ ਆਣ ਕੇ ਇੱਕ ਦੀ ਬੰਦਗੀ ਆ ਗਈ। ਉਸੇ ਤਰ੍ਹਾਂ ਆਗਮ ਅਗੋਚਰ, ਆਗਮ ਕਹਿੰਦੇ ਆ ਅਨਐਕਸੈਸਿਬਲ, ਅਗੋਚਰ ਕਹਿੰਦੇ ਅਨਅਪਰੋਚੇਬਲ। ਜਿਹੜਾ ਰੱਬ ਮੈਂ ਜਾ ਨਹੀਂ ਸੀ ਸਕਦਾ ਔਰ ਮਿਲ ਨਹੀਂ ਸੀ ਸਕਦਾ, ਉਹ ਮੇਰੇ ਅੰਦਰ ਹੀ ਆ ਗਿਆ। ਔਰ ਦੂਸਰ ਲਵੇ ਨਾ ਲਾਵੇ, ਜਿਹੜੀ ਦੁਬਦਾ ਹੈ ਸਵਾਏ ਅਕਾਲ ਪੁਰਖ ਦੇ ਪਿਆਰ ਤੋਂ ਜਾਂ ਉਹਦੇ ਧਿਆਨ ਤੋਂ ਕਿਸੇ ਹੋਰ ਚੀਜ਼ ਦੀ ਦੁਬਦਾ ਨਾ ਰੱਖੇ ਅੰਦਰ। ਤੋ ਆਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ। ਇਹ ਕਿੱਥੋਂ ਲਿਆ? ਜਿਹੜਾ ਸੱਚ ਸੀ, ਜਿਹੜਾ ਜਿੱਥੇ ਸਾਡਾ ਸੱਚ ਆ ਜਾਏ ਉਹ ਹੈ ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ। ਇਹ ਜਿਹੜਾ ਸਾਡਾ ਗੁਰਮੰਤਰ ਮਿਲਦਾ ਹੈ ਪਰਮੇਸ਼ਰ ਦਾ ਨਾਮ ਸਾਨੂੰ, ਉਹੀ ਸੱਚ ਹੈ। ਔਰ ਪੂਰੇ ਗੁਰੇ ਉਪਦੇਸਿਆ, ਪੂਰਾ ਗੁਰੂ ਹੈ ਹੀ ਅਕਾਲ ਪੁਰਖ ਆਪ ਸਾਰੀ ਬਾਣੀ 'ਚ। ਕਿਉਂਕਿ ਜੇ ਇਨਸਾਨ ਗੁਰੂ ਕਰਾਂਗੇ ਉਹ ਹਮੇਸ਼ਾ ਹੀ ਅਧੂਰਾ ਹੁੰਦਾ। ਆਪ ਬਾਣੀ 'ਚ ਕਿਹਾ ਤੁਮ ਪੂਰੇ ਹਮ ਉਰੇ ਭਗਤਾ ਨਾ। ਇਨਸਾਨ ਗੁਰੂ ਕਰੋਗੇ ਹਮੇਸ਼ਾ ਅਧੂਰਾ। ਇਸੇ ਕਰਕੇ ਸਾਰੀ ਬਾਣੀ ਦਾ ਅਕਾਲ ਪੁਰਖ ਆਪ ਗੁਰੂ ਹੈ। ਉਹਦੇ ਵਿੱਚ ਜੋੜਨਹਾਰਾ ਲਿੰਕ ਹੈ ਜਿਹੜਾ ਉਹ ਸਤਿਗੁਰੂ ਹੈ। ਔਰ ਉਹ ਸਤਿਗੁਰੂ ਸੈਲਫ ਐਕਸਪਲੇਨੇਟਰੀ ਲਫ਼ਜ਼ ਹੈ। ਕਿਹੜਾ? ਸਤਿਗੁਰ ਜਿਹਦੀ ਸਦਾ ਹੀ ਹੋਂਦ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਸਭ ਮੇਰਿਆ ਸਮਾਏ, ਉਹਨੂੰ ਹੀ ਸੰਤ, ਉਹਨੂੰ ਹੀ ਸਾਧ, ਉਹਨੂੰ ਹੀ ਸਾਧੂ ਕਿਹਾ ਉਤਲੀਆਂ ਪੌੜੀਆਂ 'ਚ। ਇਸ ਕਰਕੇ ਉਹ ਜਿਹੜਾ ਵਿਚਲਾ ਲਿੰਕ ਹੈ ਜੋੜਨਹਾਰਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਨਾਲ, ਆਪਣੇ ਆਪ ਨੂੰ ਨਹੀਂ ਉਹ ਮੇਲਦਾ, ਵਿਚਲਾ ਲਿੰਕ ਹੈ ਜੋੜਨਹਾਰਾ। ਉਹਨੂੰ ਸਮਝਣਾ ਪੈਣਾ ਹੈ। ਉਹ ਸੱਚ ਪੂਰੇ ਗੁਰੇ ਉਪਦੇਸਿਆ, ਨਾਨਕ ਸੁਣਾਵੈ। ਨਾਨਕ ਦੇ ਕੱਕੇ ਨੂੰ ਔਂਕੜ ਦੇ ਗਏ। ਔਰ ਜਿੱਥੇ ਬਾਣੀ 'ਚ ਕੱਕੇ ਨੂੰ ਔਂਕੜ ਆ ਜਾਏ ਨਾਨਕ ਦੇ ਨੂੰ, ਉੱਤੇ ਲਿਖਾਰੀ ਦੇਖੋ ਵੀ ਕਿਹੜਾ ਮਹੱਲਾ ਹੈ, ਮਹੱਲਾ ਪੰਜਵਾਂ। ਇਹ ਜੋਤ ਨਹੀਂ ਰਹੀ, ਇਹ ਨਾਨਕ ਮਹੱਲਾ ਪੰਜਵਾਂ ਆ ਬਣਦਾ ਹੈ ਵੀ ਮੈਨੂੰ ਵੀ ਗੁਰਮੰਤਰ ਲੈ ਕੇ ਮੈਂ ਸੱਚ ਪੂਰੇ ਗੁਰੂ ਦੇ ਵਿਖਸਿਆ ਔਰ ਸੁਣਾਵਾ। ਮੇਰਾ ਪੂਰਾ ਗੁਰੂ ਹੀ ਮੈਨੂੰ ਉਹ ਅਨਹਦ ਸ਼ਬਦ ਸੁਣਾਏਗਾ। ਜਿਹੜਾ ਸੁਣਾਉਣਾ ਹੈ ਉਹ ਅਨਹਦ ਸ਼ਬਦ ਦਾ ਸੁਣਨਾ ਵੀ ਜਦੋਂ ਅਭਿਆਸ ਦੀ ਕਮਾਈ ਜ਼ਿਆਦਾ ਹੋ ਜਾਂਦੀ ਹੈ। ਜਿਹੜਾ ਸ਼ਬਦ ਜਪਦੇ ਆ ਹਰ ਆਵਾਜ਼ ਕੰਨਾਂ 'ਚ ਸਵਾਏ ਉਹ ਸ਼ਬਦ ਤੋਂ ਸਭ ਬਦਲਦੀ ਜਾਂਦੀ, ਉਹ ਮਸਤ ਹੋ ਜਾਂਦਾ। ਇਸ ਕਰਕੇ ਅਨਹਦ ਸ਼ਬਦ ਦੀ ਖੇਡ ਦੇ ਗਏ ਇੱਥੇ ਵੀ ਨਾਨਕ ਸੁਣਾਵਾ। ਔਰ ਜਿਹੜੇ ਨਾਨਕ ਨੂੰ ਸੁਣਾਉਣ ਵਾਲਾ ਸੱਚ ਪੂਰੇ ਗੁਰੇ ਉਪਦੇਸਿਆ, ਪੂਰੇ ਗੁਰ ਕੀ ਪੂਰੀ ਦੀਖਿਆ ਹੈ ਹੀ ਸਾਡੇ ਇਸ ਗਿਆਨ 'ਚ। ਪੂਰੇ ਗੁਰ ਕੀ ਪੂਰੀ ਦੀਖਿਆ ਪੀਓ ਪਾਹੁਲ ਖੰਡੇ ਤਾਰ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਚਲਾ ਕੇ ਦੱਸਤੀ। ਔਰ ਉਹਦੇ ਵਿੱਚ ਜੋ ਗੁਰਮੰਤਰ ਸਾਨੂੰ ਮਿਲਦਾ ਹੈ, ਫਤਿਹ ਵਿੱਚ ਸਾਨੂੰ ਮਿਲ ਜਾਂਦਾ ਹੈ ਜਦੋਂ ਉਹ ਬੁਲਾਉਂਦੇ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਦੇ ਵਿੱਚ ਉਹ ਗੁਰਮੰਤਰ ਦੇ ਜਾਂਦੇ ਹੈ ਪੰਜ ਪਿਆਰੇ, ਪੰਜ ਸਿੱਖ। ਔਰ ਉਹ ਬੋਲ ਬੋਲ ਕੇ ਜਪਣਾ ਪੈਂਦਾ ਹੈ। ਉਹ ਵੀ ਉਹ ਜਿਹੜੇ ਦੀਖਿਤ ਕਰਨ ਵਾਲੇ ਹੁੰਦੇ ਆ ਪੰਜ ਸਿੱਖ, ਉਹਨੂੰ ਛੱਡਦੇ ਨਹੀਂ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਰੇ ਕਹਿੰਦੇ ਆਰਡਰ ਦੇ ਰਹੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਫਿਰ ਉਹ ਵਾਹਿਗੁਰੂ ਜੀ ਕੀ ਫਤਿਹ। ਇੱਦਾਂ ਚੁਲੇ ਲੈਂਦੇ ਜਾਂਦੇ ਔਰ ਉਹਨਾਂ ਨੂੰ ਗੁਰਮੰਤਰ ਵਾਹਿਗੁਰੂ ਮਿਲ ਜਾਂਦਾ। ਇਹ ਅਖੀਰ 'ਤੇ ਲਿਖਿਆ ਸੱਚ ਪੂਰੇ ਗੁਰੇ ਉਪਦੇਸਿਆ, ਔਰ ਆਪੇ ਹੀ ਉਹ ਸੁਣਾਏਗਾ ਤੈਨੂੰ ਉਹ ਕਲਾ ਦਾ। ਤੋ ਜਿਹੜੀ ਪਹਿਲੀ ਹੈ ਇਹ ਅਸੀਂ ਪੌੜੀ ਫਿਰ ਪੜ੍ਹਦੇ ਹਾਂ ਤਾਂ ਕਿ ਇਹਦਾ ਮਤਲਬ ਹੁਣ ਤੁਹਾਨੂੰ ਸਾਫ਼ ਯਾਦ ਆ ਰੂ ਵੀ ਕਿੱਡੀ ਸਿੱਧੀ ਜੀ ਲਿਖੀ ਹੈ। ਪਰ ਜਿਹੜਾ ਕਹਿਣਾ ਉਹ ਨਾਮ ਦਾ ਹੈ ਔਰ ਨਾਮ 'ਚ ਸਮਾਉਣਾ ਹੈ। ਔਰ ਜਿਹੜੇ ਕਹਿਣਾ, ਧਿਆਇਨਾ ਅਤੇ ਸੁਣਨਾ ਤਿੰਨ ਅਵਸਥਾ ਹੈ ਵੀ ਜੀਵ ਨਾ ਕਹੀ ਚੱਲ, ਜੋ ਕਹਿਣਾ ਹੈ ਉਹਨੂੰ ਸੁਣੀ ਚੱਲ ਔਰ ਉਹਦੇ 'ਚ ਧਿਆਨ ਰੱਖ। ਸ਼ਬਦ ਸੁਰ ਦੀ ਖੇਡ ਦੇ ਗਏ ਔਰ ਤੂੰ ਇਹਦੇ ਵਿੱਚ ਹੀ ਸਮਾ ਜਾਏਗਾ। ਆਓ ਅਖੀਰਲਾ ਪਹਿਲਾ ਡੰਡਾ ਸੀ ਪਹਿਲਾਂ ਫੜਦੇ ਹਾਂ, ਕਿਉਂਕਿ ਪਹਿਲਾ ਨਗੋਰਾ ਨਹੀਂ ਰਹਿਣਾ ਚਾਹੀਦਾ, ਗੁਰੂ ਵਾਲਾ ਹੋ ਜਾਣਾ ਚਾਹੀਦਾ। ਮਰਿਆਦਾ ਹੈ ਸਾਰੀ ਕਿ ਗੁਰੂ ਬਗੈਰ ਗਤੀ ਨਹੀਂ ਹੈ ਸਾਰੀ। ਇਸ ਕਰਕੇ ਗੁਰੂ ਵਾਲਾ ਨਗੋਰੇ ਕਾ ਹੈ ਨਾਮ ਬੁਰਾ। ਮਹਾਰਾਜ ਦੀ ਬਾਣੀ ਚਾਹੁੰਦਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਮ ਬੁਰਾ। ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਵਾਹਿਗੁਰੂ ਮੰਤਰ ਦਾ ਜਿਹੜਾ ਜਪ ਕਰਨਾ ਹੈ ਉਹ ਅਖੀਰ 'ਤੇ ਲਿਖਿਆ ਵੀ ਤੈਨੂੰ ਪਹਿਲਾਂ ਉਸ ਗੁਰਮੰਤਰ ਨੂੰ ਕਹਿਣਾ ਪੈਣਾ ਹੈ। ਵਾਹਿਗੁਰੂ 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 ਵਾਹਿਗੁਰੂ
ਸੱਚ ਪੂਰੇ ਗੁਰ ਨਹੀਂ ਕਹਿਣਾ, ਗੁਰੇ ਉਪਦੇਸਿਆ। ਇਹ ਜਿਹੜਾ ਪੂਰਾ ਗੁਰੂ ਅਕਾਲ ਪੁਰਖ ਸਤਿਗੁਰੂ ਆਪ ਹੈ, ਉਹ ਜਿਹੜਾ ਉਪਦੇਸ਼ ਹੈ ਇਹੋ ਗੁਰਮੰਤਰ ਹੈ। ਇਹਦੇ 23 ਨਾਂ ਆਉਂਦੇ ਬਾਣੀ 'ਚ, ਗੁਰਮੰਤਰ, ਉਪਦੇਸ਼, ਦੀਖਿਆ, ਬਚਨ, ਪਤਾ ਨਹੀਂ ਇਹਦੇ। ਇਸ ਜਿਹੜਾ ਜਪਣ ਵਾਲਾ ਸ਼ਬਦ ਹੈ ਉਹਦੇ ਇੰਨੇ ਨਾਂ ਬਾਣੀ 'ਚ ਆਉਂਦੇ ਹੈ। ਔਰ ਕੋਈ ਰਾਮ, ਗੋਬਿੰਦ, ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨਾਲ ਜੱਫੀ ਪਾਈ ਹੈ। ਔਰ ਅਸੀਂ ਕਿੱਡੇ ਭਾਗਾਂ ਵਾਲੇ ਹਾਂ ਵੀ ਕਿਸੇ ਯੁੱਗ 'ਚ ਸ਼ਬਦ ਨਹੀਂ ਆਏ। ਸਤਿਯੁਗ, ਤ੍ਰੇਤਾ, ਦੁਆਪਰ ਸ਼ਬਦ ਆਏ ਤੇ ਕਲਯੁਗ 'ਚ ਆਏ। ਸ਼ਬਦ ਆਏ ਤੇ ਪੰਜਾਬ ਦੀ ਧਰਤੀ ਤੇ ਆਏ। ਸ਼ਬਦ ਆਏ ਤੇ ਗੁਰਮੁਖੀ ਲਿਪੀ 'ਚ ਆਏ। ਵਾਹ ਵਾਹ। ਸ਼ਬਦ ਜਿਹੜੇ ਹੈ ਕਿਸੇ ਯੁੱਗ 'ਚ ਦਾ ਸ਼ਬਦ ਨਹੀਂ ਲੱਭ ਸਕੋਗੇ। ਇਹ ਸ਼ਬਦ ਕਲਯੁਗ 'ਚ ਆਏ ਔਰ ਇਹ ਪੰਜਾਬ ਦੀ ਧਰਤੀ 'ਤੇ ਆਏ ਔਰ ਗੁਰਮੁਖੀ ਲਿਪੀ 'ਚ ਆਏ। ਔਰ ਉਹ ਜਿਹੜੇ ਸ਼ਬਦ ਸੀ ਉਹ ਐਸੇ, ਉਹ ਸਵਾਏ ਭਗਤਾਂ ਦੀ ਬਾਣੀ 'ਚ ਸ਼ਬਦ ਮਿਲਣਗੇ। ਸ਼ਬਦ ਆਏ ਤੇ ਮਹੱਲਿਆਂ ਨੂੰ ਆਏ, ਸ਼ਬਦ ਆਏ ਤੇ ਭਗਤਾਂ ਨੂੰ ਆਏ। ਜਾਂ ਫਿਰ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਬਦ ਆਇਆ। ਔਰ ਕਈ ਸ਼ਬਦ ਆਏ, ਰੇ ਮਨ ਐਸੋ ਕਰ ਸੰਿਆਸਾ, ਬੰਸੇ ਸਦਨ ਸਭ ਇੱਕ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ, ਉਹੀ ਚਾਲ ਉਹ ਢਾਲ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿਰਫ ਸ਼ਬਦ ਹੈ, ਬਾਕੀ ਜਾਂ ਮਹੱਲਿਆਂ ਕੋਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਕੋਲ ਸ਼ਬਦ। ਇਹ ਸ਼ਬਦ ਐਡੀ ਵੱਡੀ ਚੀਜ਼ ਹੈ। ਔਰ ਦੋ ਕਿਸਮ ਦੇ ਸ਼ਬਦ ਹੈ, ਇੱਕ ਸ਼ਬਦ ਗਿਆਨ ਦੇਣਗੇ, ਇੱਕ ਜਪਣ ਵਾਲਾ ਸ਼ਬਦ ਹੈ। ਔਰ ਜਿਹੜਾ ਗਿਆਨ ਹੈ ਸਾਰੀ ਬਾਣੀ ਦਾ, ਆ ਸਾਰੇ ਜਿੰਨੇ ਸ਼ਬਦ ਉਹ ਗਿਆਨ ਹੈ। ਐਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਗਿਆਨ ਹੈ, ਇਹਨੂੰ ਗਿਆਨ ਦੇ ਥਾਂ ਰੱਖਣਾ ਔਰ ਗਿਆਨ ਅੰਗ ਵਰਤਣਾ ਹੈ। ਲੇਕਿਨ ਜਿਹੜੀ ਸ਼ਬਦ ਹੈ ਉਹ ਇੱਕ ਸ਼ਬਦ ਹੈ ਜਪਣ ਵਾਲਾ, ਉਹ ਪਰਮੇਸ਼ਰ ਦਾ ਨਾਮ ਹੈ। ਸਾਰੇ ਸ਼ਬਦ ਇੱਕ ਸ਼ਬਦ ਦੇ ਜਪਣ ਨਾਲ ਲਾਉਂਦੇ ਹੈ ਇਹਨਾਂ ਦਾ ਗਿਆਨ। ਔਰ ਜਿਹੜੇ ਜਪਣ ਵਾਲਾ ਸ਼ਬਦ ਹੈ ਉਹ ਵਿੱਚ ਹੀ ਪਾਇਆ ਹੈ। ਔਰ ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨੇ ਜੱਫੀ ਪਾਈ ਹੈ। ਇੰਨੇ ਨਾਂ ਗੋਬਿੰਦ, ਨਾਰਾਇਣ, ਸਾਰੇ ਜਿੰਨੇ ਸ਼ਬਦ ਹੈ ਇੱਕੋ। ਔਰ ਗਿਆਨ ਇਹ ਸਾਫ਼ ਕਰਦਾ ਵੀ ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ। ਕੋਈ ਜਪ ਲਓ, ਪਰ ਗੁਰੂ ਕੋਲੋਂ ਗੁਰਮੰਤਰ ਲੈ ਕੇ ਜਪੋ। ਜਿਹੜਾ ਗੁਰੂ ਧਾਰੋ ਉਹ ਤੁਹਾਡੇ ਪਿੱਛੇ ਹੋਏਗਾ ਔਰ ਉਹਦੇ ਗਿਆਨ ਨਾਲ ਤੁਸੀਂ ਤੁਰੋਗੇ। ਸਾਡੇ ਪਿੱਛੇ ਜਿਹੜਾ ਗੁਰਮੰਤਰ ਹੈ ਖੰਡੇ ਬਾਟੇ ਦੀ ਪਹੁਲ ਦੇ ਲੈਂਦਾ। ਉਹਦੇ ਸਾਰੇ 5 ਪਿਆਰੇ ਔਰ 10 ਪਾਤਸ਼ਾਹੀਆਂ ਔਰ ਸਾਰੇ ਭਗਤ ਪਿੱਛੇ, ਔਰ ਉਹਨਾਂ ਦਾ ਜਿਹੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਨਾਲ ਸ਼ਬਦ ਸਾਫ਼ ਹੋ ਰਹੇ। ਇਸ ਕਰਕੇ ਦੀਖਿਆ ਅਤੇ ਗਿਆਨ ਦੇਣ ਲਈ ਹੀ 9 ਪਾਤਸ਼ਾਹੀਆਂ ਔਰ 10 ਪਾਤਸ਼ਾਹੀਆਂ ਆਈਆਂ। ਗੁਰਮੰਤਰ ਦੇਣਾ ਸੀ, ਪਿੱਛੇ ਗਿਆਨ ਔਰ ਸਾਰੇ ਸ਼ਬਦ ਹੈ। ਉਹਨਾਂ ਦੀ ਓਟ ਲੈ ਕੇ ਅਸੀਂ ਨਾਮ ਜਪ ਸਕਦੇ। ਜਿੱਦਾਂ ਲਿਖਿਆ ਤੋ ਅਸੀਂ ਇਹ ਪਹਿਲੇ ਡੰਡੇ 'ਤੇ ਪੈਰ ਇਹ ਰੱਖਣਾ ਵੀ ਗੁਰੂ ਵਾਲੇ ਬਣਨਾ ਹੈ, ਖੰਡੇ ਬਾਟੇ ਦੀ ਪਹੁਲ ਛਕ ਕੇ, ਔਰ ਵਾਹਿਗੁਰੂ ਗੁਰਮੰਤਰ ਦਾ ਫਿਰ ਅਭਿਆਸ ਕਰਨਾ ਹੈ। ਔਰ ਉੱਥੋਂ ਬਾਅਦ ਜਿਹੜਾ ਕਲਾ ਵਰਤਣੀ ਹੈ, ਤੇਰੇ ਅੰਦਰ ਜਿਹੜੀਆਂ ਆਪੋਜ਼ਿਟ 5 ਫੋਰਸਿਸ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਨੂੰ ਤੂੰ ਫੜ ਸਕੇਂਗਾ। ਆਓ ਵਿਚਲਾ ਡੰਡਾ ਰੱਖੀਏ। ਪਹਿਲਾ ਡੰਡਾ ਹੈ ਗੁਰਮੰਤਰ ਲੈ ਕੇ ਇਹਨਾਂ ਕਹਿ ਕੇ ਸਮਾਉਣਾ। ਅਗਲਾ ਡੰਡਾ ਅਸੀਂ ਫੜਦੇ ਹਾਂ, ਉਹ ਹੈ ਪੰਜੇ ਬੱਧੇ ਮਹਾਬਲੀ, ਉਹ ਹੈ ਕਾਮ, ਕ੍ਰੋਧ, ਲੋਭ। ਔਰ ਅਸੀਂ ਇੱਕ ਢਾਡੀ ਅਜੀਬ ਰੰਗ ਦੇ ਵਿੱਚ ਅਗਲੀ ਇਹ ਜਿਹੜੀ ਬਿਜਗਵਲੀ ਪੌੜੀ ਪੜ੍ਹਨਗੇ।
ਦੂਜਾ ਡੰਡਾ ਇਹ 'ਚ ਕੁਛ ਐਸੇ ਪੁਆਇੰਟ ਹੈ ਜੇ ਕਲੀਅਰ ਹੋ ਜਾਣ ਵਾਰ ਦਾ ਸਵਾਦ ਆ ਜਾਏ। ਪੰਜੇ ਬੱਧੇ ਮਹਾਬਲੀ ਸਭ ਤੋਂ ਜ਼ਬਰਦਸਤ ਸਾਡੇ ਅੰਦਰਲੇ ਦੁਸ਼ਮਣ ਹੈ। ਬਾਹਰਲੇ ਦੁਸ਼ਮਣਾਂ ਦਾ ਜ਼ਮਾਨਾ ਖਤਮ ਹੋ ਗਿਆ ਹੁਣ। ਇਹ ਤਾਂ ਗਿਆਨ ਦਿੱਤਾ ਵੀ ਬਾਹਰਲੇ ਦੁਸ਼ਮਣ ਨਹੀਂ ਪੈਣੇ ਜ਼ਿਆਦਾ। ਗੁਰੂਆਂ ਵੇਲੇ ਵੀ ਗੁਰੂਆਂ ਨੇ ਪਹਿਲਾਂ ਅੰਦਰਲੇ ਦੁਸ਼ਮਣ ਦਾ ਮੁਕਾਬਲਾ ਕੀਤਾ। ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਬਲੀ ਹੈ ਔਰ ਇਹਨੂੰ ਮੈਂ ਕਿੱਦਾਂ ਢਾਇਆ, ਇਹਨਾਂ ਨੂੰ ਬਸ ਕਿੱਦਾਂ ਕੀਤੇ। ਉਹਨੇ ਆਪਣੇ ਚਰਨ ਜਪਾਏ। ਸਾਡਾ ਕਿਉਂਕਿ ਦੇਹ ਨਹੀਂ ਹੈ ਸਤਿਗੁਰੂ ਨਾ ਅਕਾਲ ਪੁਰਖ, ਉਹ ਚਰਨ ਹੈ ਹਿਰਦੇ ਚਰਨ। ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਉਹ ਜਿਹੜੀ ਸ਼ਖਸੀਅਤ ਹੈ ਉਹਦੇ ਚਰਨ ਨਹੀਂ ਹੈ, ਇਹ ਰਿਲੇਟਿਵ ਗਿਆਨ ਹੈ। ਬਾਕੀ ਸਾਰੇ ਮਜ਼ਹਬਾਂ ਸਾਹਮਣੇ ਗੁਰੂਆਂ ਦੇ ਪੈਰ ਔਰ ਉਹਨਾਂ ਦਾ ਧਿਆਨ, ਉਹਨਾਂ ਨੂੰ ਧੋਣਾ, ਉਹਨਾਂ ਨੇ ਮੱਥਾ ਟੇਕਣਾ, ਘੋਟਣੇ। ਇਹ ਸਾਡੇ ਚਰਨਾਂ ਘੋਟਣ ਵਾਲੇ ਨਾ ਧੋਣ ਵਾਲੇ ਨਾ ਮੱਥਾ ਟੇਕਣ ਵਾਲੇ ਹੈ। ਇਹ ਸ਼ਬਦ ਹੈ ਸਾਰੀ ਬਾਣੀ 'ਚ ਚਰਨ ਨਿਕਲ ਕੇ, ਕਿਉਂਕਿ ਅਗਲਾ ਲਫ਼ਜ਼ ਘੋਟਣਾ ਮੱਥਾ ਟੇਕਣਾ ਨਹੀਂ, ਅਗਲਾ ਲਫ਼ਜ਼ ਹੈ ਜਪਾਈਆਂ। ਇਸ ਕਰਕੇ ਚਰਨ ਜਪਣ ਵਾਲੇ ਆ ਸਾਡੇ। ਉਹ ਹੈ ਸ਼ਬਦ ਔਰ ਵਿੱਚ ਦਊ ਹੈ। ਆ ਜਿਹੜਾ ਲਫ਼ਜ਼ ਅਗਰ ਇਹ ਕਲੀਅਰ ਹੋ ਗਿਆ, ਸਤਿਗੁਰੂ ਕਲੀਅਰ ਹੋ ਗਿਆ ਵੀ ਜਿਹੜੀ ਦੇਹ ਨਹੀਂ ਅੰਦਰ ਆਉਂਦਾ ਹੈ ਉਹ ਖੜਾ ਹੋ ਜਾਂਦਾ। ਦਊ ਮਹਾਭਾਰਤ ਦੀਆਂ ਮੂਵੀਆਂ ਤੁਸੀਂ ਦੇਖੀਆਂ ਹੋਣੀਆਂ। ਕ੍ਰਿਸ਼ਨ ਮਹਾਰਾਜ ਆਪਣੇ ਵੱਡੇ ਭਰਾ ਨੂੰ ਹਮੇਸ਼ਾ ਹੀ ਦਊ ਜੀ ਕਹਿੰਦੇ ਸੀ। ਉਹਦਾ ਨਾਂ ਸੀ ਬਲਰਾਮ ਔਰ ਬਲਰਾਮ ਜੀ ਉਹ ਤਦੇ ਸਾਡੀ ਬਾਣੀ 'ਚ ਆਇਆ। ਉਹ ਉਸ ਯੁੱਗ ਦਾ ਸਭ ਤੋਂ ਵੱਡਾ ਗੁਰਜ ਦਾ ਪਹਿਲਵਾਨ ਸੀ ਔਰ ਉਹ ਦਊ ਜੀ ਉਹਨੂੰ ਕਹਿੰਦੇ ਸੀ। ਉਹ ਐਡਾ ਪਹਿਲਵਾਨ ਸੀ, ਮਹਾਰਾਜ ਕਹਿੰਦੇ ਸਾਡਾ ਉਹ ਪਹਿਲਵਾਨ ਸਤਿਗੁਰੂ ਅੰਦਰ ਆ ਜਾਂਦਾ ਹੈ, ਜਿਹਦੀ ਦੇਹ ਨਹੀਂ। ਦਊ ਮੇਰੇ ਸਤਿਗੁਰੂ ਤੋਂ ਵਿੱਚੇ ਦਊ ਖੜਵਾ। ਜਦੋਂ ਅੰਦਰ ਆ ਗਿਆ ਔਰ ਪੰਜੇ ਮਹਾਬਲੀ ਸਾਰੇ ਜਿੰਨੇ ਰੋਗ ਸੋਗ ਉਹ ਸਭ ਭੱਜ ਜਾਂਦੇ ਆ। ਜਿੱਥੇ ਸਤਿਗੁਰੂ ਅੰਦਰ ਆ ਗਿਆ ਉੱਥੇ ਪੰਜ ਨਹੀਂ ਰਹਿਣੇ। ਇਸ ਕਰਕੇ ਜਿੱਥੇ ਅੰਦਰ ਉਹ ਸਤਿਗੁਰੂ ਵਜੂਦ ਹੈ, ਹਸਤੀ ਹੈ, ਪਾਵਰ ਹੈ ਔਰ ਉਹ ਇਨਸਾਨ ਨਹੀਂ ਹੈ, ਉਹਦੀ ਦੇਹ ਨਹੀਂ ਹੈ। ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਿਨਾਸੀ ਪੁਰਖ ਹੈ ਔਰ ਉਹ ਸਾਰਿਆਂ ਦੇ ਵਿੱਚ ਹੀ ਹੈ। ਇਸ ਕਰਕੇ ਜਿਹੜਾ ਸਤਿਗੁਰੂ ਉਹਨੂੰ ਦਊ ਕਿਹਾ, ਉਹ ਅੰਦਰ ਖੜਾ ਹੋ ਗਿਆ। ਜਦੋਂ ਇਹ ਪੰਜੇ ਬੱਧੇ ਮਹਾਬਲੀ, ਅਸੀਂ ਸਦਾ ਲਈ ਦੱਸ ਦਈਏ ਵੀ ਸਾਡੀ ਫਿਲਾਸਫੀ ਇਹ ਨਹੀਂ ਹੈ ਵੀ ਇਹਨਾਂ ਪੰਜਾਂ ਨੂੰ ਮਾਰ ਦਿਓ, ਵਣਾਂ 'ਚ ਜਾ ਕੇ ਜਪ ਤਪ ਕਰਕੇ ਕਾਮ ਉੱਠਣ ਹੀ ਨਾ ਦਿਓ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਣਾ ਚੱਲ ਜਾਓ, ਤਪੱਸਿਆ ਕਰੋ, ਇਹ ਮਰ ਜਾਣ, ਅੰਦਰੋਂ ਉੱਠਣ ਹੀ ਨਾ। ਸਾਡਾ ਇਹ ਥਿਊਰੀ ਨਹੀਂ ਹੈ ਬਾਣੀ ਦੀ। ਸਾਡੀ ਥਿਊਰੀ ਗ੍ਰਸਥ ਦੀ ਹੈ ਔਰ ਸਹਿਜ ਮਾਰਗ ਹੈ ਵੀ ਇਹਨਾਂ ਨੂੰ ਬੰਨ੍ਹ ਕੇ ਰੱਖ ਲਓ, ਅੰਦਰ ਤੁਹਾਡੇ ਕੰਮ ਆਉਣਗੇ। ਜੇ ਤੁਸੀਂ ਕਾਮ ਹੀ ਨਾ ਕਰੋਗੇ, ਤੁਸੀਂ ਠੇਕਾ ਲਿਆ ਦੁਨੀਆ ਨੂੰ ਬੰਦ ਕਰਨ ਦਾ। ਉਪਜਤਲੀ ਜੋ ਵੀ ਸਾਨੂੰ ਇਹ ਮਿਲੇ ਨਾ ਤੇ ਕਾਬੂ ਰੱਖਣਾ, ਤਾਂ ਲਿਖਿਆ ਪੰਜੇ ਬੱਧੇ ਮਹਾਬਲੀ ਦਾ ਮਤਲਬ ਹੈ ਸ਼ਿਕਾਰ ਨੂੰ ਚੜੀਦਾ ਹੈ। ਹਰਨਾਂ ਦੇ ਸ਼ਿਕਾਰ 'ਤੇ 5-7 ਕੁੱਤੇ ਹੁੰਦੇ, ਉਹਨਾਂ ਦੇ ਪਟੇ ਹੁੰਦੇ, ਉਹਨਾਂ 'ਚ ਕੁੰਡੇ 'ਚ ਡੋਰੀਆਂ ਲਗਾ ਕੇ ਮਾਲਕ ਦੇ ਹੱਥ 'ਚ ਦੀਆਂ ਔਰ 5 ਕੁੱਤੇ ਜੀਭਾਂ ਕੱਢ ਕੇ ਤਿਆਰ ਹੁੰਦੇ ਸ਼ਿਕਾਰ ਨੂੰ ਪੈਣ ਨੂੰ। ਜਿਸ ਕੁੱਤੇ ਨੂੰ ਜੀ ਕਰਦਾ ਉਹ ਫਿਰ ਇੱਕ ਦੀ ਡੋਰੀ ਖੋਲ੍ਹਦਾ ਹੈ, ਉਹ ਜਾਂਦਾ ਹੈ ਜਾ ਕੇ ਦੌੜ ਕੇ। ਫਿਰ ਮਤਲਬ ਇਸ ਤਰ੍ਹਾਂ ਜਿਹੜੇ ਪੰਜਾਂ 'ਤੇ ਅਸੀਂ ਕਾਬੂ ਪਾਉਣਾ ਹੈ, ਮਾਰਨਾ ਨਹੀਂ ਹੈ। ਸਾਡੀ ਫਿਲਾਸਫੀ ਨਹੀਂ ਹੈ, ਹਿੰਦੂ ਫਿਲਾਸਫੀ ਹੈ ਵੀ ਉੱਠਣ ਹੀ ਨਾ ਅੰਦਰੋਂ। ਸਾਡੀ ਬਹੁਤ ਸਹਿਜ ਮਾਰਗ ਹੈ। ਇਸ ਕਰਕੇ ਮਹਾਰਾਜ ਨੇ ਇਸੇ ਕਰਕੇ ਗੁਰੂ ਬਾਬਾ ਨਾਨਕ ਲਿਖਦਾ, ਸਤਿਗੁਰ ਕੀ ਉਹਦਾ ਸਤਿਗੁਰ ਅੰਦਰ ਆਉਣਾ, ਉਹ ਉਸਕੀ ਐਸੀ ਵਡਿਆਈ ਪੁੱਤ ਕਲੱਤਰ ਵਿੱਚੇ ਗਤ ਪਾਈ। ਅਸੀਂ ਟੱਬਰਾਂ ਦੇ ਵਿੱਚੇ ਸਭ ਕੁਝ ਰਹਿੰਦੇ ਹੋਏ ਅਸੀਂ ਇਹਨਾਂ ਮਹਾਬਲੀਆਂ 'ਤੇ ਕਾਬੂ ਪਾਉਣਾ, ਕੰਟਰੋਲ ਕਰਨਾ। ਤਾਂ ਮਹਾਰਾਜ ਨੇ ਲਿਖਿਆ
दूसरे डंडे ते चढ़ गए। किस तरह चढ़े, कित्थों उपजे, वो नाम नू कही चल। अगले डंडे ते चढ़ गया, पंजे महाबली बन ले और वो अंदर सतगुरु खड़ा हो गया। किड़ा वड्डा पुआड़ा मुक्का इन्हां पंजां दा। और अगली पौड़ी अखीरली आई भी की हो गया है, सारे बने बसंत ही बसंत है, हरे हरे अंदर हो गया। और वो ਜਿਹੜਾ ਸਾਧੂ ਸਤਿਗੁਰ ਆ ਉਹਦੇ ਵਿੱਚ ਹੀ ਮਿਲ ਗਿਆ ਮੈਂ। ਅਸੀਂ ਸਭ ਤੋਂ ਉੱਚਾ ਡੰਡਾ ਹੁਣ ਸ਼ੁਰੂ ਕਰਨ ਲੱਗੇ ਹਾਂ ਔਰ ਇਹ ਪੌੜੀ ਥੱਲਿਓਂ ਤਾਂ ਨੂੰ ਜਾਂਦੀ ਹੈ। ਔਰ ਸਦਾ ਲਈ ਯਾਦ ਰੱਖੋ, ਜਿਹੜੀ ਪੌੜੀ ਦੀ ਅਖੀਰਲੀ ਛੋਟੀ ਜਿਹੀ ਲਾਈਨ ਹੁੰਦੀ ਹੈ ਉਹ ਪੌੜੀ ਦਾ ਰਹਾਓ ਕੰਮ ਕਰਦਾ। ਸਾਰੀ ਪੌੜੀ ਅਖੀਰਲੀ ਛੋਟੀ ਜਿਹੀ ਲਾਈਨ ਲਿਖੀ ਜਿਹੜੀ ਹੈ ਉਹਦੇ ਲਈ ਲਿਖਦੀ ਹੈ। ਸ਼ਬਦ ਦਾ ਰਹਾਓ, ਸਾਰਾ ਸ਼ਬਦ ਉਸ ਰਹਾਓ ਦੇ ਦੁਆਲੇ ਪਾਏਗਾ। ਔਰ ਜਿਹੜਾ ਸਲੋਕ ਹੋਏਗਾ ਉਹ ਇੰਡੀਪੈਂਡੈਂਟ ਹੁੰਦਾ। ਉਹਦੀ ਸਾਰੀਆਂ ਲਾਈਨਾਂ 'ਚ ਭਾਵ ਅਰਥ ਲੇਥੂ ਪੇਥੂ ਹੁੰਦੇ ਆ, ਆਪ ਕੱਢਣੇ ਪੈਂਦੇ ਆ। ਇਸ ਕਰਕੇ ਸ਼ਬਦ ਦਾ ਰਹਾਓ ਔਰ ਪੌੜੀ ਦੀ ਅਖੀਰਲੀ ਜਿਹੜੀ ਲਾਈਨ ਹੁੰਦੀ ਆ ਉਹ ਰਹਾਓ ਹੈ। ਔਰ ਅਸੀਂ ਅਖੀਰਲੇ ਡੰਡੇ ਨੂੰ ਹੱਥ ਪਾਉਣ ਲੱਗੇ ਹਾਂ। ਵਾਹ ਵਾਹ। ਸਾਧੂ ਆ ਗਿਆ ਜਿਹਦਾ ਭੁਲੇਖਾ ਇੰਨਾ ਬਾਣੀ 'ਚ ਪਿਆ ਵੀ ਜੀ ਕੋਈ ਸਾਧੂ ਤੇ ਕਰਨਾ ਹੀ ਪੈਣਾ, ਤੁਹਾਨੂੰ ਉਹ ਸਾਧੂ ਨੂੰ ਮਿਲਣਾ ਹੀ ਪੈਣਾ। ਅਸੀਂ ਹੁਣੇ ਸਾਧੂ ਸਾਫ਼ ਕਰਨ ਲੱਗੇ ਹਾਂ। ਸਾਡਾ ਸਾਧੂ ਦੀ ਦੇਹ ਨਹੀਂ ਹੈ। ਸਾਧ ਸੰਤ ਔਰ ਸਤਿਗੁਰੂ ਇੱਕੋ ਹੀ ਚੀਜ਼ ਹੈ। ਇਹ ਰਿਲੇਟਿਵ ਗਿਆਨ ਹੈ। ਬਾਕੀ ਸਾਰਿਆਂ ਮਜ਼ਹਬਾਂ ਦੇ ਵਿੱਚ ਇਹ ਦੇਹ 'ਚ ਮੰਨਿਆ ਜਾ ਰਿਹਾ ਹੈ ਸੰਤ, ਸਾਧੂ ਤੇ ਸਤਿਗੁਰੂ। ਮਹਾਂਭਾਰਤ 'ਚ ਸਤਿਗੁਰੂ ਦਾ ਨਾਂ ਹੈ, ਰਮਾਇਣ 'ਚ ਸਤਿਗੁਰੂ ਦਾ ਨਾਂ ਹੈ। ਆ ਹੁਣ ਵੀ ਸਾਡੇ ਜਿਹੜੇ ਸੈਕਟ ਹੈ ਔਰ ਉੱਥੇ ਹੈ ਨਾਮ ਜਪਣ ਵਾਲੇ ਆ, ਪਰ ਉਹ ਬੰਦੇ ਨੂੰ ਸਤਿਗੁਰੂ ਕਹਿ ਰਹੇ ਨੇ। ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਰਹੇ ਹਾਂ ਕਿ ਆਹ ਬਾਣੀ ਦੀ ਤੁਕ ਸਾਫ਼ ਕਰ ਦਿਓ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ। ਸਭ ਮੇਰਿਆ ਸਮਾਏ, ਇਨਸਾਨ ਨਹੀਂ ਉਹ ਚੀਜ਼। ਔਰ ਇਹ ਜਿਹੜਾ ਸਾਧੂ ਹੈ, ਅਸੀਂ ਬਾਬੇ ਨਾਨਕ ਦੇ ਸ਼ਬਦ ਨਾਲ ਹੀ ਖੋਡਾਂਗੇ। ਜਿਹੜਾ ਬਾਬਾ ਨਾਨਕ ਦਾ ਸ਼ਬਦ ਹੈ ਉਹ ਕਿਹਨੂੰ ਸਾਧੂ ਕਹਿ ਰਿਹਾ। ਇਸ ਕਰਕੇ ਜਿਹੜਾ ਸਾਧੂ ਦਾ ਲਫ਼ਜ਼ ਹੈ ਇਹ ਖੋਲ੍ਹਣਾ ਬੜਾ ਜ਼ਰੂਰੀ ਹੈ। ਅਤੇ ਉਹ ਅਸੀਂ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਸ਼ਬਦ ਲੈਂਦੇ ਹਾਂ।
ਪੰਨਾ ਹੈ ਉਸ ਦਾ 422 ਜਿਹੜਾ ਬਾਬੇ ਨਾਨਕ ਦਾ ਸਾਧੂ, ਕਿਉਂਕਿ ਸਤਿਗੁਰੂ ਆਪ ਨਹੀਂ ਉਹ ਬਣਦੇ, ਆਪ ਤੇ ਗਰੀਬੀ 'ਚ ਬਾਣੀ ਲਿਖੀ ਹੈ। ਬਾਬਾ ਜੀ ਨਾਨਕ ਦੇ ਸ਼ਬਦ 'ਚ ਸਾਧ ਦਾ ਲਫ਼ਜ਼ ਆ ਜਾਣਾ, ਸਤਿਗੁਰ ਦਾ ਲਫ਼ਜ਼ ਆ ਜਾਣਾ, ਰਹਾਉ ਦੀ ਤੁਕ 'ਚ ਆ ਜਾਣਾ, ਸਾਡੇ ਲਈ ਇੱਕ ਲਾਈਟ ਹਾਊਸ ਹੈ, ਗਾਈਡ ਲਾਈਨ ਹੈ ਵੀ ਜੋ ਸਤਿਗੁਰੂ ਔਰ ਸਾਧ ਬਾਬਾ ਨਾਨਕ ਮੰਨਦਾ ਹੈ, ਸਾਰੀ ਸਿੱਖੀ ਨੂੰ ਮੰਨਣਾ ਪੈਣਾ, ਉਹਦੀ ਦੇਹ ਨਹੀਂ ਹੈ। ਤੋ ਅਸੀਂ ਉਹ ਚੱਕਦੇ ਹਾਂ। ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ। ਇਹ ਸਤਿਗੁਰ ਸਾਧਨ ਸੇਵਿਆ ਹਰ ਭਗਤ ਨ ਪਾਈ। ਸਤਿਗੁਰ 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 ਸਾਧਨ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ। ਸਤਿਗੁਰ ਸਾਧਨ ਸੇਵਿਆ ਹਰ ਭਗਤ ਨ ਪਾਈ। ਰਹਾਉ ਏ ਬਿਨ ਨਾਵੇ ਬਿਨ ਬਿਨ ਨਾਵੇ ਬਿਨ ਬਿਨ ਨਾਵੇ ਕਿਆ ਜੀਵਨਾ ਕਿਆ ਜੀਵਨਾ ਫਿਟ ਤੇ ਚਤਰਾਈ। ਬਿਨ ਨਾਵੇ ਕਿਆ ਜੀਵਨਾ ਫਿਟ ਤੇ ਚਤਰਾਈ। ਆਵਣ ਜਾਣਾ ਕਿਉਂ ਮੇਲਾ ਹੋਈ। ਜਨਮ ਮਰਨ ਕਾ ਦੁੱਖ ਕਣੋ ਨਿਤ ਸੰਸਾ ਦੋਈ। ਜਨਮ ਮਰਨ ਕਾ ਦੁੱਖ ਘਣੋ ਨਿਤ ਸੰਸਾ ਦੋਈ। ਇਹ ਬਿਨ ਨਾਵੇਂ ਕਿਆ ਜੀਵਨਾ ਕਿਆ ਜੀਵਨਾ ਫਿੱਟ ਚਤਰਾਈ। ਬਿਨ ਨਾਵੇਂ ਕਿਆ ਜੀਵਨਾ ਫਿੱਟ ਚਤਰਾਈ। ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ। ਸਤਿਗੁਰ ਸਾਧਨ ਸੇਵਿਆ ਹਰ ਭਗਤ ਨ ਪਾਈ। ਕਿਹੜਾ ਬਾਬਾ ਨਾਨਕ ਕਿਹੜੇ ਸਤਿਗੁਰੂ ਨੂੰ ਭੇਟ ਰਿਹਾ। ਸਤਿਗੁਰੂ ਸਾਧ ਕਿਹੜਾ ਹੈ? ਸਤਿਗੁਰੂ ਹੀ ਸਾਧ ਹੈ ਔਰ ਸੰਤ ਵੀ ਸਤਿਗੁਰੂ ਹੀ ਹੈ। ਇਹਦੀ ਦੇਹ ਨਹੀਂ ਹੈ, ਕਿਉਂਕਿ ਸਾਰੀ ਬਾਣੀ 'ਚ ਦੇਹ ਬਿਆਸ ਭੱਜਾ ਪਿਆ ਹੈ। ਸਾਡੀ ਬਾਣੀ ਗਿਆਨ ਇਹ ਦੇਹ ਨੂੰ ਨਹੀਂ ਮੰਨਦੀ। ਸੱਤੇ ਗੁਰ ਲਹੋ ਸੈਲਫ ਐਕਸਪਲੇਨੇਟਰੀ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ, ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਅਸੀਂ ਕਿਹਦੇ ਸਿੱਖ ਹਾਂ? ਇਨਸਾਨ ਦੇ ਕਿਸੇ ਗੁਰੂ ਦੇ ਸਿੱਖ ਨਹੀਂ। ਅਸੀਂ ਹਾਂ ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ। ਇਹ ਸਾਰੀ ਬਾਣੀ ਉਹ ਸਤਿਗੁਰੂ ਨੂੰ ਮੰਨਣ ਵਾਲੀ ਹੈ, ਜਿਹਦੀ ਦੇਹ ਨਹੀਂ ਹੈ। ਉਹਨੂੰ ਹੀ ਸੰਤ, ਉਹਨੂੰ ਹੀ ਸਾਧ ਕਿਹਾ, ਪਰ ਰਿਲੇਟਿਵ ਗਿਆਨ ਹੈ। ਸੂਖਸ਼ਮ ਚੋਟਾਂ ਲਾਈਆਂ ਵੀ ਤੂੰ ਉਹ ਸਤਿਗੁਰ ਸਾਧ ਦੀ ਸੇਵਾ ਨਾਮ ਜਪ ਕੇ ਤੇ ਕੀਤੀ। ਸਤਿਗੁਰ ਸਾਧ ਨਾ ਸੇਵਿਆ ਹਰ, ਕਿਉਂਕਿ ਉਹ ਦੇਹ ਨਹੀਂ ਹੈ। ਜਿੱਦਾਂ ਦੀ ਉਹ ਚੀਜ਼ ਹੈ ਉੱਦਾਂ ਦੀ ਉਹਦੀ ਸੇਵਾ ਹੈ। ਇਸ ਕਰਕੇ ਉਹ ਸ਼ਬਦ ਰੂਪ ਹੈ, ਉਹਦੀ ਸ਼ਬਦ ਨਾਲ ਹੀ ਸੇਵਾ ਹੁੰਦੀ ਹੈ। ਸਤਿਗੁਰ ਸਾਧ ਨਾ ਸੇਵਿਆ ਤੈਨੂੰ ਭਗਤੀ ਪਾਉਂਦੀ ਨਹੀਂ। ਹਰ ਭਗਤੇ ਨਾ ਭਾਈ ਕਹਿੰਦੇ ਬਿਨ ਨਾਵੇਂ ਤੇ ਇੱਕ ਵਾਰੀ ਫਿਟੇ ਮੂੰਹ ਨਹੀਂ 100 ਵਾਰੀ ਫਿਟੇ ਮੂੰਹ ਉਸ ਜੀਵਨ ਦਾ ਜਿਹੜਾ ਬਿਨ ਨਾਵੇਂ ਜੀਂਦਾ ਹੈ। ਬਿਨ ਨਾਵੇਂ ਕਿਆ ਜੀਵਨਾ ਫਿੱਟ। ਮਹਾਰਾਜ ਦੋਨੋਂ ਲਫ਼ਜ਼ ਲਿਖ ਗਏ। 100 ਫਿਟੋ ਮੂੰਹਾਂ ਜਮ੍ਹਾਂ ਕਰੋ, ਜਾਂ ਕਿਸੇ ਨੂੰ 100 ਵਾਰੀ ਕਿਸੇ ਬੰਦੇ ਨੂੰ ਫਿਟੇ ਮੂੰਹ ਕਹਿਣਾ ਹੋਏ, ਇੱਕ ਧੜਿੱਗ ਕਹਿ ਦੋ ਉਹਦੇ ਬਰੋਬਰ ਹੈ। ਬਾਬਾ ਨਾਨਕ ਦੋਨੋਂ ਲਫ਼ਜ਼ ਲਾ ਰਿਹਾ ਵੀ ਬਿਨ ਨਾਵੇਂ ਕਿਆ ਜੀਵਨਾ ਕਿਆ ਜੀਵਨਾ ਫਿੱਟ ਤੇ ਚਤਰਾਈ। ਬਾਕੀ ਕੀ ਚਤਰਾਈਆਂ ਕਰ ਰਿਹਾ ਸੀ। ਇਸ ਕਰਕੇ ਜਿਹੜਾ ਸਾਧ ਹੈ ਉਹ ਕਲੀਅਰ ਹੋ ਰਿਹਾ ਹੈ ਵੀ ਜੋ ਬਾਬਾ ਨਾਨਕ ਦਾ ਸਾਧ ਉਹੀ ਸਾਰੀ ਇਸ ਗਿਆਨ ਦਾ ਸਾਧ। ਇਹ ਬਿਨ ਨਾਵੇਂ ਕਿਆ ਜੀਵਨਾ ਕਿਆ ਜੀਵਨਾ ਫਿੱਟ ਤੇ ਚਤਰਾਈ। ਇਹ ਬਿਨ ਨਾਵੇਂ ਕਿਆ ਜੀਵਨਾ ਫਿੱਟ ਤੇ ਚਤਰਾਈ। ਸਤਿਗੁਰ ਸਤਿਗੁਰ ਸਾਧ ਨਾ ਸੇਵਿਆ ਨਾ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ। ਰਹਾਉ ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਪਾਈ। ਔਰ
ਵੇਲਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 13 ਤੇ ਦਰਸ਼ਨ ਕਰਦੇ ਹਾਂ। ਔਰ ਰੋਜ਼ ਦਾ ਜਦ ਸਾਡਾ ਨਿਤਨੇਮ ਹੈ ਕੀਰਤਨ ਸੋਲੇ ਦਾ ਪਾਠ, ਅਸੀਂ ਉਹਦੇ 'ਚੋਂ ਸਾਧੂ ਪ੍ਰਗਟ ਕਰਨ ਲੱਗੇ ਹਾਂ ਕਿ ਮਹਾਰਾਜ ਉਹ ਸੋਲੇ ਦੇ ਪਾਠ 'ਚ ਆ ਕੀ ਕਹਿ ਗਏ ਔਰ ਰੋਜ਼ ਪੜ੍ਹਦੇ ਹੋ, ਮਿਲੇ ਸਾਧੂ ਮਿਲੇ ਸਾਧੂ। ਜਿਹੜੇ ਸਾਧੂ ਨੂੰ ਮਿਲਣਾ ਸੀ, ਜਿਹਦੀ ਬੌੜੀ ਹੈ ਨਹੀਂ, ਮਿਲੇ ਸਾਧੂ ਮਿਲੇ ਸਾਧੂ। ਉਹ ਸਦਾ ਲਈ ਦੱਸਦੀ ਹੈ ਜਿਹੜਾ ਮਿਲਣਾ ਹੈ, ਇਹ ਨਹੀਂ ਵੀ ਆਈ ਹੈ ਮੈਟ ਦਾ ਸਾਧੂ ਮੈਂ ਕੋਈ ਹਾਂ ਮੁਲਾਕਾਤ ਹੋਈ ਹੈ। ਮਿਲਣਾ ਹੈ ਜੋ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਜੋਤ 'ਚ ਜੋਤ ਮਿਲ ਜਾਂਦੀ ਹੈ। ਕਿਉਂ ਜਲ ਮੇਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ। ਅਭਿਆਸ ਦੀ ਇੰਨੀ ਕਮਾਈ ਹੋ ਜਾਂਦੀ ਹੈ ਅੰਦਰਲੇ ਸਾਧੂ ਦੇ ਵਿੱਚ, ਜਿੱਦਾਂ ਛੋਟੀ ਮੋਮਬੱਤੀ ਵੱਡੀ ਮੋਮਬੱਤੀ ਸਮਾ ਜਾਂਦੀ ਹੈ, ਇਸ ਤਰ੍ਹਾਂ ਜਿਹੜਾ ਸਾਧੂ ਸਾਡਾ ਸਤਿਗੁਰੂ ਅੰਦਰ ਪ੍ਰਗਟ ਹੋਣਾ ਹੈ, ਉਹਦੇ ਵਿੱਚ ਹੀ ਮਿਲਣਾ ਲਫ਼ਜ਼ ਬੜਾ ਟੈਕਨੀਕਲ ਹੈ। ਔਰ ਮਿਲਣਾ ਹੈ ਜਿੱਦਾਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਮਿਲੇ ਸਾਧੂ ਮਿਲੇ ਸਾਧੂ ਹੋ ਮਿਲੇ ਸਾਧੂ ਮਿਲੇ ਸਾਧੂ। ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ। ਸਾਧੂ ਖੰਡਲ ਖੰਡਾ ਕੀ ਹੈ? ਰੋਜ਼ ਪਾਠ ਕਰਦੇ ਹੋ। ਕਾਮ ਕ੍ਰੋਧ ਨਗਰ ਭਾਉ ਭਰਿਆ ਨਹੀਂ ਹੈ, ਉੱਥੇ ਹੈ ਕਾਮੇ ਕ੍ਰੋਧੇ ਨਗਰ ਭਾਉ ਭਰਿਆ। ਐਨਾ ਮੇਰਾ ਜਿਸਮ, ਇਸ ਬਾਣੀ ਦਾ ਇੱਕ ਥੰਮ ਰੂਲ ਹੈ, ਜਿੱਥੇ ਕਾਮ ਕ੍ਰੋਧ ਦੋ ਹੀ ਲਿਖੇ ਹੋਣ, ਉਹ ਪੰਜਾਂ ਦੀ ਚੰਡੋਲ ਚੌਕੜੀ ਵਾਲੀ ਇਸ਼ਾਰਾ ਹੈ। ਬਾਕੀਆਂ ਤੋਂ ਇਹ ਨਹੀਂ ਵੀ ਅਸੀਂ ਬਚੇ ਹਾਂ। ਸਾਡਾ ਨਗਰ ਜਿਸਮ ਹੈ ਇੰਨਾ ਭਰਿਆ ਪਿਆ ਕਾਮ ਕ੍ਰੋਧ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਿਉਂਕਿ ਪੋਇਟਰੀ ਹੈ, ਇਹਦਾ ਵਜ਼ਨ ਤੋਲ ਦਾ ਕਾਫੀ ਹੈ, ਇਹਦਾ ਪਿਛਲੇ ਸਾਰੇ ਬੰਦ ਠੀਕ ਰੱਖਣੇ। ਇਸ ਕਰਕੇ ਮਾਰੇ ਕਈ ਵਾਰੀ 3 ਲਿਖਣਗੇ ਸ਼ਬਦਾਂ 'ਚ, ਕਈ ਵਾਰੀ 2, ਕਈ ਵਾਰੀ 5 ਵੀ ਲਿਖ ਦੇਣਗੇ, ਕਈ ਵਾਰੀ 4 ਲਿਖਣਗੇ, ਜੋ ਫਿੱਟ ਬੈਠਦੀ ਹੈ ਪੋਇਟਰੀ 'ਚ। ਇਸ ਕਰਕੇ 2 ਲਿਖ ਕੇ ਜਿੱਥੇ ਇੱਕ ਤੋਂ ਬਾਅਦ ਆ ਜਾਣ, ਜਿੱਥੇ ਉਹ ਸਾਰੀ ਪੰਜਾਂ ਦੀ 5 ਚੰਡਾਲ ਚੌਂਕੜੀ ਵਾਲੀ ਇਸ਼ਾਰਾ ਹੈ। ਤੇ ਇਸ ਕਰਕੇ ਇਹ ਹੈ ਆਪੋਜ਼ਿਟ ਫੋਰਸਿਸ। ਮਿਲੇ ਸਾਧੂ ਮਿਲੇ ਸਾਧੂ। ਜਿੰਨ ਚਿਕਰ ਤੂੰ ਇਹ ਸਾਧੂ ਨੂੰ ਨਹੀਂ ਮਿਲਦਾ, ਉਹਨਾਂ ਦੇ ਟੋਟੇ ਟੋਟੇ ਨਹੀਂ ਹੋਣੇ। ਖੰਡਲ ਖੰਡਾ ਕਹਿੰਦੇ ਆ, ਜਿਸ ਵੇਲੇ ਉਹ ਸਾਧੂ ਨੂੰ ਤੂੰ ਅੰਦਰ ਮਿਲ ਗਿਆ, ਇਹਨਾਂ ਦੇ ਟੋਟੇ ਟੋਟੇ ਹੋ ਜਾਣੇ ਆ। ਇਹ ਮਿਲੇ ਸਾਧੂ ਮਿਲੇ ਸਾਧੂ ਮਿਲੇ ਮਿਲੇ ਸਾਧੂ ਮਿਲੇ ਸਾਧੂ ਮਿਲੇ ਸਾਧੂ ਖੰਡਲ ਖੰਡਾ ਹੈ, ਮਿਲੇ ਸਾਧੂ ਖੰਡਲ ਖੰਡਾ ਹੈ, ਮਿਲੇ ਸਾਧੂ ਖੰਡਲ ਖੰਡਾ ਹੈ, ਮਿਲੇ ਸਾਧੂ ਖੰਡਲ ਖੰਡਾ ਹੈ। ਕੰਮ ਕਰੋ ਦਿਨ ਕਰ ਭਾਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਕੰਮ ਕਰੋ ਦਿਨ ਕਰ ਭਾਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕੰਮ ਕਰੋ ਦਿਨ ਕਰ ਭਾਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ। ਇਹਨਾਂ ਦੇ ਕਿੱਦਾਂ ਟੋਟੇ ਹੋਣ, ਇਹ ਕਿੱਦਾਂ ਮਾਰੇ ਜਾਣ। ਔਰ ਅਸੀਂ ਪੌੜੀ ਯਾਦ ਰੱਖੋ ਲੈ ਰਹੇ ਹਾਂ, ਪੰਜੇ ਵੱਧੇ ਮਹਾਬਲੀ ਕਰ ਸੱਚਾ ਟੋਆ। ਇਹਨਾਂ ਨੂੰ ਕਿੱਦਾਂ ਅਸੀਂ ਬੰਨੀਏ, ਕਿੱਦਾਂ ਇਹਨਾਂ ਨੂੰ ਸਾਰਾ। ਇਸ ਕਰਕੇ ਇਹ ਉਹ ਸਾਧੂ ਨੂੰ ਤੈਨੂੰ ਅੰਦਰ ਮਿਲਣਾ ਪੈਣਾ, ਫਿਰ ਇਹਨਾਂ ਦੇ ਟੋਟੇ ਹੋਣੇ। ਪਰ ਨਗਰ ਭਰਿਆ ਪਿਆ ਹੈ, ਤੇਰੇ ਥੋੜ੍ਹੇ ਜਿਹੇ ਪੂਰਬਲੇ ਕਰਮ ਹੋਣੇ ਚਾਹੀਦੇ ਹੈ, ਇੱਥੇ ਦੀ ਨਾਮ ਜਪਣ ਵਾਲੀ ਸੰਗਤ ਹੋਣੀ ਚਾਹੀਦੀ ਹੈ, ਅਤੇ ਸਭ ਤੋਂ ਵੱਡਾ ਉਹਦਾ ਗੁਰਪ੍ਰਸਾਦ ਤੇਰੇ ਕੋਲ ਆ ਜਾਏ ਜੇ। ਇਸ ਕਰਕੇ ਉਹ ਸਾਧੂ ਨੂੰ ਮਿਲਣ ਲਈ 3 ਫੈਕਟਰ ਜ਼ਰੂਰੀ ਹੈ। ਪਿਛਲੀ ਥੋੜ੍ਹੀ ਕਮਾਈ, ਇੱਥੇ ਦੀ ਕਿੱਦਾਂ ਦੀ ਸੰਗਤ ਕਰਦਾ, ਔਰ ਉਹਦਾ ਗੁਰਪ੍ਰਸਾਦ ਸਭ ਤੋਂ ਵੱਡੀ ਚੀਜ਼ ਹੈ। ਤੋ ਮਹਾਰਾਜ ਅਗਲੀ ਕਹਿੰਦਾ ਹੈ, ਪੂਰਬ ਲਿਖਤ ਲਿਖੇ ਗੁਰ ਪਾ ਮਨ ਹਾਰ ਲੇਵ ਮੰਡਲ ਮੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾ ਮਨ ਹਾਰ ਲੇਵ ਮੰਡਲ ਮੰਡਾ ਹੈ। ਉਹ ਤੇਰੇ ਮਨ 'ਚ ਮਿਲ ਪੈਣਾ, ਮਨੇ ਹਾਰ ਲੇਵ। ਜਦੋਂ ਤੇਰੀ ਲਿਵ ਦੀ ਅਵਸਥਾ ਹੋ ਗਈ ਚੜ੍ਹਨੀ ਅੰਦਰ ਹੀ, ਮਨ ਚੜ੍ਹਿਆ 10ਵੇਂ ਆਕਾਸ਼, ਜਿੱਥੇ ਉਂਗਣਾ ਭੁੱਖ ਹੈ ਉੱਥੇ ਉਹਦਾ ਮਲਾਪ ਹੁੰਦਾ ਹੈ। ਪਰ ਤੇਰੇ ਮਨ 'ਚ ਹੀ ਉਹ ਮਿਲ ਜਾਣਾ ਅੰਦਰਲੇ ਬੰਨੇ ਹੀ। ਤੋ ਪੂਰਬ ਲਿਖਤੇ ਲਿਖੇ ਗੁਰ ਪਾਇਆ ਮਨੇ ਹਾਰ ਲੇਵ ਮੰਡਲ ਮੰਡਾ ਹੈ। ਅਤੇ ਜਿੱਦਾਂ ਕਿਸੇ ਬੀਬੀ ਨੂੰ ਬੜੇ ਕੋਈ ਸਕਾਰ ਨਾ ਕਹੇ, ਭਾਈ ਬੀਬੀ ਤੂੰ ਕੋਈ ਖਸਮ ਕਰ ਲੈ,
ਐਦਾਂ ਸ਼ਬਦ ਕਹਿ ਰਿਹਾ ਅਭਿਆਸੀ ਨੂੰ, ਤੂੰ ਵੀ ਕੋ ਖਸਮ ਕਰ ਲੈ। ਕਰ ਸਾਧੂ ਕਰ ਸਾਧੂ, ਸਾਧੂ ਬਗੈਰ ਗੁਜ਼ਾਰਾ ਨਹੀਂ, ਪਰ ਸਾਧੂ ਬਾਹਰਲਾ ਨਹੀਂ ਹੈ। ਇਹ ਕਰ ਸਾਧੂ ਕਰ ਸਾਧੂ। ਅਗਲਾ ਰਹਾਉ ਦੀ ਤੁਕ ਤੱਕ ਅਸੀਂ ਪੜਾਂਗੇ। ਕਰ ਸਾਧੂ ਅੰਜਲੀਪਨ ਵੱਡਾ ਹੈ। ਬਾਹਮਣ ਜਿਸ ਵੇਲੇ ਦਾਨ ਕਰਾਉਂਦਾ ਸੀ ਕੋਈ ਚੀਜ਼ ਉਹਨੂੰ, ਫਿਰ ਉਹ ਚੁਲੀਆਂ ਛੱਡਦਾ ਸੀ ਪਾਣੀ ਦੀਆਂ, ਵੀ ਆਹ ਦਾਨ ਕਰ ਆਦਿਆ ਸਭ ਜਜਮਾਨ ਹੁਣ ਹੋਰ ਦਾਨ ਦੇ। ਆਲ ਮੈਂ ਇੱਕ ਹੋਰ ਚੁਲੀ ਛੱਡਣ ਲੱਗਾ, ਕਹਿੰਦਾ ਜਿੱਥੇ ਤੇਰਾ ਉਹ ਸਾਧੂ ਹੋ ਗਿਆ ਉਹ ਸਭ ਤੋਂ ਅੰਜਲੀ ਪੁੰਨ ਵੱਡਾ ਹੈ, ਸਾਰੇ ਹੀ ਪੁੰਨ ਕਰ ਲੈ। ਕਰ ਸਾਧੂ ਕਰ ਸਾਧੂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਉਹਨੂੰ ਅੰਦਰਲੇ ਵੰਡੇ ਨੰਡੋਤ ਕਰ ਤੇ ਬਾਕੀ ਬਾਹਰਲੇ ਸਾਧੂ ਵਾਲ ਨਾ ਕਿਹਾ ਉਹਨੂੰ ਕਰ। ਕਰ ਡੰਡਾ ਕਰ ਡੰਡਾ ਕਰ ਡੰਡਾ ਪੁੰਨ ਵੱਡਾ ਹੈ। ਕਰ ਡੰਡਾ ਪੁੰਨ ਵੱਡਾ ਹੈ। ਕਾ ਮਿਲੇ ਸਾਧੂ ਇਹ ਮਿਲੇ ਸਾਧੂ ਮਿਲੇ ਸਾਧੂ। ਅਸੀਂ ਸਾਧੂ ਸਾਫ਼ ਕਰ ਰਹੇ ਹਾਂ ਔਰ ਸਾਧੂ ਤੇ ਇੱਕ ਅਜੀਬ ਸ਼ਬਦ ਆ ਰਿਹਾ ਹੈ, ਮਾਧੋ ਸਾਧੂ ਜਨ ਦੇਵ ਮਿਲਾ। ਮਾਧੋ ਸਾਧੂ ਜਨ ਦੇਵ ਮਿਲਾ। ਮਾਧੋ ਸਾਧੂ ਜਨ ਦੇਵ ਮਿਲਾ। ਇਹ ਦੇਖਤ ਦਰਸ ਪਾਪ ਸਭਨਾ ਸੇ। ਉਹ ਸਾਧੂ ਮੈਨੂੰ ਦੇ ਜਿਹਦੇ ਦੇਖਣ ਨਾਲ ਮੇਰੇ ਪਾਪ ਦੂਰ ਹੋ ਜਾਣ, ਜਿਹੜੇ ਆਪ ਹੀ ਬੜੀ ਇਹਨਾਂ ਪਾਪਾਂ ਤੋਂ, ਤੈਨੂੰ ਦਰਸ਼ਨ ਦੇ ਕੀ ਕਰਨਗੇ। ਉਹ ਐਸਾ ਸਾਧੂ ਮੰਦਰ ਮੈਨੂੰ ਮੇਲ ਜਿਹਦਾ ਆਹ ਚੀਜ਼ ਆ ਜਾਏ ਔਰ ਮੈਂ ਪਰਮ ਪਦ ਪਾ ਲਾਂ। ਦੇਖਤ ਦਰਸ ਪਾਪ ਸਭਨਾ ਸੇ। ਦੇਖਤ ਦਰਸ ਪਾਪ ਸਭਨਾ ਸੇ। ਪਵਿੱਤਰ ਪਰਮ ਪਦ ਪਾਏ। ਪਵਿੱਤਰ ਪਰਮ ਪਦ ਪਾਏ। ਸਾਧੂ ਜਨ ਦੇਵ ਮਿਲਾ। ਆਹ ਸਾਧੂ ਸਾਡਾ ਔਰ ਪੰਜੇ ਜਿਹੜੇ ਬੰਨਣੇ ਆ ਸੀ। ਐਡੀ ਬਸੰਤ ਦੀ ਵਾਰੇ ਡੂੰਗੀ ਹੈ। ਉਹ ਕੀ ਹੈ? ਓਏ ਬਿਖਾਦੀ ਧੋਖੀਆ ਤੇ ਗੁਰ ਤੇ ਰੂਟੇ। ਹਮ ਛੁਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ। ਓਏ ਬਿਖਾਦੀ ਧੋਖੀਆ ਤੇ ਗੁਰ ਤੇ ਰੂਟੇ। ਹਮ ਛੁਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ। ਏਡੀ ਜਨ ਢੋਲੋ ਕੌਲੋ ਦੀ ਢੋਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 400 ਏਡੀ ਗਨ ਢੋਲਾ ਕੌਲੋ। ਏਡੀ ਗਨ ਢੋਲਾ ਕੌਲੋ ਜੋ ਮਨ ਕੇ ਪਰਮਾ। ਇਹ ਪਰਮ ਕਾਟੇ ਗੁਰੇ ਆਪਣੇ ਪਾਏ ਵਿਸਰਾਵਾ। ਇਹ ਓਏ ਬਿਖਾਲੀ ਦੋਖੀਆ ਤੇ ਗੁਰ ਤੇ ਰੂਟੇ। ਹਮ ਛੁਟੇ ਅਬ ਉਹਨਾਂ ਤੇ ਓਏ ਹਮ ਤੇ ਰਹਾਓ। ਇਹ ਮੇਰਾ ਤੇਰਾ ਜਾਣਤਾ। ਮੇਰਾ ਤੇਰਾ ਜਾਣਤਾ। ਇਹ ਮੇਰਾ ਤੇਰਾ ਜਾਣਤਾ। ਤਬ ਹੀ ਤੇ ਬੰਧਾ ਗੁਰੇ ਕਾਟੀ ਅਗਿਆਨਤਾ। ਤਬ ਛੁਟ ਕੇ ਖੰਡਾ। ਇਹ ਜਬ ਲਾਗੋ ਹੁਕਮ ਨਾ
बूझता सब हीला दुखिया हे घोर मिल हुक्म पछानिया तब ही ते सुखिया ना को दुश्मन दुखिया ना को दुश्मन दुखिया हे ना को दुश्मन दुखिया नाही को मंदा हे गुरु सेवा सेव को नानक खस में बंदा ਸਾਧੂ ਦਾ ਨਵੇੜਾ ਪੰਜਾਂ ਵੈਰੀਆਂ ਦਾ ਨਵੇੜਾ ਔਰ ਸਭ ਤੋਂ ਪਹਿਲੀ ਸਟੇਜ ਕੀ ਹੈ ਸਾਡੀ ਵੀ ਜੇ ਗੁਰਮੰਤਰ ਗੁਰੂ ਕੋਲ ਲੈ ਲਿਆ ਹੈ ਤੈਨੂੰ ਮੂੰਹ ਨਾਲ ਜਪਣਾ ਪੈਣਾ ਐਡਾ ਸਖਤ ਹੁਕਮ ਹੈ ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਪਹਿਲਾਂ ਮੂੰਹ ਪਹਿਲੀ ਸਮਾਧੀਆਂ ਦੀਆਂ ਅਵਸਥਾ ਨਹੀਂ ਆ ਸਾਡੀਆਂ ਪਹਿਲੇ ਸਟੈਪ 'ਤੇ ਪੈਰ ਰੱਖਣਾ ਹੈ ਉਹ ਹੈ ਮੂੰਹ ਦੇ ਨਾਲ ਤੈਨੂੰ ਨਾਮ ਨੂੰ ਕਹਿਣਾ ਪੈਣਾ ਹੈ ਅਖੀਰਲੀਆਂ ਦੋ ਤੁਕਾਂ ਬਾਬੇ ਨਾਨਕ ਦੀਆਂ ਅਸੀਂ ਲੈ ਕੇ ਇਸ ਪੌੜੀ ਦਾ ਹੋਰ ਚਾਨਣਾ ਕਰਦੇ ਹਾਂ ਬਾਬਾ ਮਨ ਸਾਚਾ ਮੁਖੇ ਸਾਚਾ ਕਹੀਐ ਬਾਬਾ ਮਨ ਸਾਚਾ ਹੈ ਮੁਖੇ Hey Baba, mani sacha, mukhe sacha kahiya. Hey Vaheguru, 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 Vaheguru. Hey bolo Vaheguru ji ka खालसा हे वाहेगुरु जी की फतेह हे वाहेगुरु जी का खालसा वाहेगुरु जी की फतेह वाहेगुरु जी की फतेह वाहेगुरु जी का खालसा वाहेगुरु जी की फतेह।